हाल करी। रामदास गुरु जग तारन को, गुर जोत अर्जुन माहे तरी। रामदास गुरु जग तारन को, गुर जोत अर्जुन माहे तरी। तेरे कवन कवन गुण कह कह गावा, तू साहिब गुनी निधाना। तुमरी महिमा बरन ना सको, तू ठाकुर ऊच भगवाना। सुखाओ हटल गुर सेविया, ऐन सहज सुभाए। दर्शन परसै गुरु का, जन्म मरण दुख जाए। होवै सिफत खसमदी, दूर अरसों कुरसों चटिया। तुद डिठे सचे पातशाह, मल जन्म जन्म दी कटिया। तुद डिठे सचे पातशाह, मल जन्म जन्म दी कटिया। सतनाम श्री वाहिगुरु साहिब जीओ। सोरठ महला पंजवा। जित पार ब्रह्म चित आया, सो कर देव साया। सुख सागर गुर पाया, ता सहसा सगल मिटाया। हर के नाम की वड्याई, आठ पहर गुण गाई। गुर पूरे ते पाई, जित पार ब्रह्म चित आया। सो कर दये वसाया। वाहिगुरु जी का खालसा, वाहिगुरु जी की फतेह। किरपा निधान गरीब नवाज, पतित पावन भगत वत्सल। धन धन सतगुरु श्री गुरु ग्रंथ साहिब जियां दी पवित्र पावन हजूरी अंदर आप संगतां ने विराजमान हुंदियां होया सतगुरां दी इलाही गुरबाणी दे कीर्तन नितनेम सरवण कीते। सतगुरु जी बख्शिश करते ने, तिनके भाग बड़े हैं भाई। उन्हां गुरसिखां दे गुरमुखां दे वड्डे भाग जन ना करो, जिन मुख साधु संग जुरे। जिन्हां दे मस्तक संगत विच आके जुड़दे। वो जिहड़े गुरमुख ने, माई भाई ने, गुरमुख ने, साधु जन ने, गुरु के सिख ने, वो वड्डियां भागां वाले जिन्हां दे सी संगत विच आके जुड़ गए, जिहड़े संगत विच आके बैठे ने। वड्डे भागां दी दात मिली है, जो संगत दी प्राप्ति हुई है। इस वेले आपां लड़ीवार गुरबाणी दी कथा साहिब गुरु अर्जन देव जियां दे पवित्र शब्द जिहड़े ने वो पीढ़ी दर पीढ़ी लड़ीवार आपां सरवण कर रहे हाँ। शब्द दर शब्द महाराज ये सानू सिक्ख्या जो है बख्शिश कर रहे ने। जिवें महाराज बख्शिश करते ने, आओ बड़ी भावना दे नाल अपने मन नूं टका के अमृत बाणी की कथा नूं सरवण करिए।
ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਸ਼ਬਦ ਜਿਹੜਾ ਹੈ ਉਚਾਰਨ ਕਰ ਰਹੇ ਨੇ। 625 ਅੰਗ ਔਰ 26 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ ਇਸ ਸ਼ਬਦ ਨੂੰ ਦਰਜ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਸਾਡੀ ਝੋਲੀ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਖੈਰ ਪਾਉਂਦੇ ਨੇ। ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾਸਿਵ ਜੋਗ ਕਰੀ, ਪੁਨ ਬੇਦ ਬਰੰਚ ਵਿਚਾਰ ਰਹਿਓ, ਹਰ ਜਾਪ ਨ ਛਾੜਿਓ ਏਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਤਰੇ। ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੇ ਪੁੱਤਰਾਂ ਦੀ ਪਰਖ ਕਰਦਿਆਂ ਹੋਇਆ ਇਹ ਗੁਰਤਾ ਗੱਦੀ ਦੀ ਜੋ ਜੋਤ ਹੈ, ਗੁਰਤਾ ਗੱਦੀ ਦੀ ਜੋ ਦਾਤ ਹੈ, ਉਹ ਸਤਿਗੁਰਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ। ਛੋਟੀ ਉਮਰ ਦੇ ਵਿੱਚ ਹੀ ਵੱਡੇ ਵਰ ਜਿਹੜੇ ਸਨ ਆਪਣੇ ਨਾਨਾ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੋਏ। ਭਾਵੇਂ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਪਰਖ ਕਰਕੇ ਪੁੱਤਰਾਂ ਨੂੰ ਗੁਰਤਾ ਗੱਦੀ ਦਿੱਤੀ ਹੈ, ਪਰ ਇਹ ਪਰਖ ਤੇ ਇੱਕ ਸੰਸਾਰ ਦਾ ਬਹਾਨਾ ਹੈ। ਅਸਲ ਵਿੱਚ ਜਿਨ੍ਹਾਂ ਨੂੰ ਧੁਰੋਂ ਹੀ ਇਹ ਦਾਤ ਲਿਖੀ ਹੁੰਦੀ ਹੈ ਪ੍ਰਾਪਤ ਉਹਨਾਂ ਨੂੰ ਹੁੰਦੀ ਹੈ। ਬੇਅੰਤ ਉਦਾਹਰਨਾਂ ਇਸ ਗੱਲ ਦੀਆਂ, ਜਿਵੇਂ ਕਿ ਭਾਈ ਸਾਹਿਬ ਭਾਈ ਲਹਿਣਾ ਜੀ ਜਦੋਂ ਪਹਿਲੀ ਵਾਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਸ਼ਨ ਕਰਨ ਗਏ, ਹਾਲੇ ਦਰਸ਼ਨ ਕਰਨ ਗਏ, ਸੇਵਾ ਨਹੀਂ ਹਾਲੇ ਕੀਤੀ ਹੈ। ਉਸ ਵੇਲੇ ਭਾਈ ਲਹਿਣਾ ਜੀ ਘੋੜੇ ਦੇ ਉੱਪਰ ਚੜ੍ਹੇ ਹੋਏ ਧਰਮਸ਼ਾਲਾ ਨੂੰ ਜਾਂਦੇ, ਗੁਰੂ ਨਾਨਕ ਦੇਵ ਪਾਤਸ਼ਾਹ ਪੈਦਲ ਜਾਂਦੇ ਪਏ। ਜਦੋਂ ਭਾਈ ਲਹਿਣਾ ਜੀ ਨੂੰ ਪਤਾ ਲੱਗਾ ਕਿ ਇਹ ਗੁਰੂ ਨਾਨਕ ਦੇਵ ਨੇ ਜਿਨ੍ਹਾਂ ਦੇ ਮੈਂ ਦਰਸ਼ਨ ਕਰਨ ਆਇਆ, ਇਹ ਪੈਦਲ ਆਏ ਤੇ ਮੈਂ ਘੋੜੇ ਤੇ ਚੜ੍ਹ ਕੇ ਆਇਆ, ਮਨ ਦੇ ਵਿੱਚ ਪਛਤਾਪ ਕੀਤਾ, ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਬੜੀ ਅਵਗਿਆ ਹੋਈ ਹੈ, ਮੈਨੂੰ ਪਤਾ ਨਹੀਂ ਵੀ ਆਪ ਜੀ ਮਾਲਕ ਹੋ, ਗੁਰੂ ਨਾਨਕ ਨਿਰੰਕਾਰ ਆਪ ਹੋ। ਮੈਂ ਵੇਖੋ ਜੀ ਘੋੜੇ ਤੇ ਚੜ੍ਹ ਕੇ ਉੱਚਾ ਤੁਹਾਡੇ ਨਾਲ ਬੈਠ ਕੇ ਆਇਆ, ਆਪ ਜੀ ਮੇਰੇ ਤੋਂ ਨੀਵੇਂ ਪੈਦਲ ਚੱਲ ਕੇ ਆਏ, ਇਹ ਮੇਰੇ ਤੋਂ ਅਣਜਾਣੇ ਵਿੱਚ ਬੜੀ ਵੱਡੀ ਗਲਤੀ ਹੋ ਗਈ ਹੈ, ਮੈਂ क्षमा ਪ੍ਰਾਰਥੀ ਹਾਂ। ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਜੀ ਤੁਹਾਡਾ ਪੁਰਖਾ ਨਾਮ ਕੀ ਹੈ? ਕਹਿਣ ਲੱਗਾ ਜੀ ਨਾਮ ਹੈ ਲਹਿਣਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਤੁਸੀਂ ਲੈਣਾ ਤੇ ਅਸੀਂ ਹੈ ਦੇਣਾ। ਲੈਣ ਵਾਲੇ ਘੋੜਿਆਂ ਤੇ ਆਉਂਦੇ, ਦੇਣ ਵਾਲੇ ਸਾਡੇ ਵਾਂਗੂ ਪੈਦਲ ਹੀ ਚੱਲਦੇ। ਇਹ ਬਚਨ ਪਹਿਲੀ ਮੁਲਾਕਾਤ 'ਚ ਪਹਿਲਾ ਬਚਨ ਹੀ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਉਸ ਤੋਂ ਮਗਰੋਂ ਭਾਈ ਲਹਿਣਾ ਜੀ ਗੁਰੂ ਪਾਤਸ਼ਾਹ ਦੇ ਕੋਲ ਰਹਿ ਕੇ ਸੇਵਾ ਕਰਦੇ ਅਤੇ ਸੇਵਾ ਕਰਦਿਆਂ ਬਚਨ ਮਨ ਦੇ ਪਰਖ ਵਿੱਚ ਪੂਰੇ ਉਤਰੇ ਅਤੇ ਦਾਤ ਨੂੰ ਪ੍ਰਾਪਤ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਬਣ ਗਏ। ਕਹਿਣ ਤੋਂ ਭਾਵ ਇਹ ਹੈ ਬਚਨ ਤੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਪਹਿਲੀ ਮਿਲਣੀ ਵਿੱਚ ਹੀ ਹੋ ਗਏ। ਆਪ ਜੀ ਨੇ ਲੈਣਾ ਤੇ ਅਸੀਂ ਦੇਣਾ ਹੈ। ਇਹ ਸੇਵਾ ਕਰਨੀ, ਇਹ ਬਚਨ ਮੰਨਣਾ ਹੈ ਤੇ ਸੰਸਾਰ ਨੂੰ ਪੂਰਨੇ ਪਾਉਣ ਵਾਸਤੇ, ਦੁਨੀਆ ਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਜੀ ਇਸ ਤਰ੍ਹਾਂ ਦੇ ਕੌਤਕ ਕਰਦੇ। ਪੂਰਿਆਂ ਨੂੰ ਕਿਸੇ ਕਾਰਜ ਦੀ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪੂਰੇ ਤੇ ਸਮਰੱਥ ਪ੍ਰਮਾਤਮਾ ਨੇ ਆਪ ਆਪਣੀ ਰਹਿਮਤ ਨਾਲ ਭੇਜੇ ਨੇ ਐਸੀ ਬਖਸ਼ਿਸ਼ ਕਰਨ ਵਾਸਤੇ। ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਛੋਟੀ ਉਮਰ ਦੇ ਵਿੱਚ ਹੀ ਬਚਨ ਹੋ ਗਏ, ਦੋਇ ਥਾ ਬਾਣੀ ਕਾ ਬੋਹਿ ਥਾ। ਇਹ ਬਚਨ ਛੋਟੀ ਉਮਰਾਂ ਵਿੱਚ, ਉਦੋਂ ਤੇ ਹਾਲੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਨਹੀਂ ਮਿਲੀ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੇ ਬਾਅਦ ਵਿੱਚ ਮਿਲੀ ਹੈ। ਉਦੋਂ ਹਾਲੇ ਪੁੱਤਰਾਂ ਦੀ ਪਰਖ ਵੀ ਨਹੀਂ ਹੋਈ ਹੈ, ਉਦੋਂ ਹਾਲੇ ਕੋਈ ਵਿਆਹ ਦਾ ਵੀ ਕੋਈ ਪ੍ਰੋਗਰਾਮ ਨਹੀਂ ਹੈ। ਉਦੋਂ ਹੀ ਬਚਨ ਹੋ ਗਏ ਸਨ ਵੀ ਆਪ ਜੀ ਬਾਣੀ ਦਾ ਜਹਾਜ਼ ਤਿਆਰ ਕਰੋਗੇ। ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਰਿੜਦੇ ਜਿਸ ਸਿੰਘਾਸਣ ਤੇ ਗੁਰੂ ਅਮਰਦਾਸ ਪਾਤਸ਼ਾਹ ਬੈਠੇ, ਉਸ ਸਿੰਘਾਸਣ ਦੀ ਮੰਜੀ ਦੀ ਬਾਹੀ ਨੂੰ ਫੜ ਕੇ ਜਦੋਂ ਹਿਲਾਇਆ, ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਦੇ ਨੇਤਰ ਖੁੱਲੇ, ਮੁਖੋਂ ਬਚਨ ਨਿਕਲਿਆ। ਕਹਿਣ ਲੱਗੇ ਕਿਹੜਾ ਐਸਾ ਭਾਰੀ ਪੁਰਖ ਪੈਦਾ ਹੋਇਆ ਜਿਸ ਨੇ ਸਾਡੇ ਤਖਤ ਨੂੰ ਹਿਲਾਇਆ ਹੈ। ਉਸ ਵੇਲੇ ਬੀਬੀ ਭਾਨੀ ਜੀ ਦੌੜ ਕੇ ਆਏ, ਬੇਨਤੀ ਕੀਤੀ ਮਹਾਰਾਜ ਤੁਹਾਡਾ ਦੋਹਤਾ ਹੈ ਜੀ, ਬੱਚਾ ਖੇਡਦਾ ਖੇਡਦਾ ਤੁਹਾਡੇ ਵਾਲੇ ਪਾਸੇ ਆ ਗਿਆ। ਮੈਂ ਘਰ ਦੇ ਕੰਮ ਕਰਦੀ ਪਈ, ਮੈਂ ਖਿਆਲ ਨਹੀਂ ਕੀਤਾ, ਧਿਆਨ ਨਹੀਂ ਦੇ ਪਾਈ, ਆਪ ਜੀ ਕਿਰਪਾ ਕਰਕੇ ਇਹ ਅਣਜਾਣ ਜਾਣ ਕੇ ਆਪ ਜੀ ਮਾਫ ਕਰੋ।
ਗੁਰੂ ਅਮਰਦਾਸ ਮਹਾਰਾਜ ਦੇ ਮੁਖੋਂ ਬਚਨ ਨਿਕਲਿਆ। ਕਹਿਣ ਲੱਗੇ ਇਹ ਸਾਡੇ ਤੋਂ ਗੱਦੀ ਹੁਣੇ ਪ੍ਰਾਪਤ ਕਰਨੀ ਚਾਹੁੰਦਾ। ਹੱਸਦਿਆਂ ਬਚਨ ਕਿੱਥੇ? ਕਹਿਣ ਲੱਗੇ ਆ ਦੋਤਰੇ, ਇਹ ਗੁਰਤਾ ਗੱਦੀ ਤੇਰੇ ਪਿਤਾ ਨੂੰ ਪ੍ਰਾਪਤ ਹੋਣੀ ਹੈ, ਤੇਰੇ ਪਿਤਾ ਦੇ ਕੋਲੋਂ ਫਿਰ ਤੈਨੂੰ ਪ੍ਰਾਪਤ ਹੋਣੀ ਹੈ। ਇਹ ਬਚਨ ਗੁਰੂ ਅਮਰਦਾਸ ਪਾਤਸ਼ਾਹ ਨੇ ਛੋਟੀ ਉਮਰਾਂ ਵਿੱਚ ਬਖਸ਼ਿਸ਼ ਕੀਤੇ। ਬੀਬੀ ਭਾਨੀ ਜੀ ਇਹ ਬਚਨ ਸੁਣ ਕੇ ਬੜੇ ਖੁਸ਼ ਹੋਏ ਮਨ ਦੇ ਵਿੱਚ ਕਿ ਮੇਰੇ ਪਤੀ ਜੀ ਵੀ ਗੁਰੂ ਬਣਨਗੇ, ਮੇਰਾ ਪੁੱਤਰ ਵੀ ਗੁਰੂ ਬਣੇਗਾ। ਮਨ ਵਿੱਚ ਬੜੀ ਪ੍ਰਸੰਨਤਾ ਹੈ। ਸੋ ਐਸੀਆਂ ਜਿਹੜੀਆਂ ਦਾਤਾਂ ਨੇ ਬਚਪਨ ਦੇ ਵਿੱਚ ਹੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਜੀਆਂ ਨੂੰ ਬਖਸ਼ਿਸ਼ ਕੀਤੀਆਂ। ਸੋ ਬਾਅਦ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਬਣੇ, ਪੁੱਤਰਾਂ ਦੀ ਪਰਖ ਹੋਈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਸ ਹੋਏ ਅਤੇ ਸੰਸਾਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਉਸ ਵੇਲੇ ਪ੍ਰਗਟ ਹੋਏ। ਪਰ ਬਚਨ ਇਹ ਆ ਗੁਰਮੁਖੋ, ਇਹ ਦਾਤਾਂ ਤੇ ਧੁਰ ਤੋਂ ਹੀ ਲਿਖੀਆਂ ਹੁੰਦੀਆਂ ਜਿਨ੍ਹਾਂ ਨੂੰ ਪ੍ਰਾਪਤ ਹੋਣੀਆਂ। ਇਹ ਪਰਖ ਕਰਨੀ ਤੇ ਸੰਸਾਰ ਦਾ ਇੱਕ ਬਹਾਨਾ ਮਹਾਰਾਜ ਜੀ ਕੌਤਾ ਕਰਦੇ ਇਹੋ ਜਿਹਾ। ਐਸੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਹੀ ਇਹ ਵਰ ਪ੍ਰਾਪਤ ਹੋ ਗਏ ਸਨ ਗੁਰਬਾਣੀ ਨੂੰ ਜਹਾਜ਼ ਤਿਆਰ ਕਰਨ ਦਾ ਅਤੇ ਇਸੇ ਤਰ੍ਹਾਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ। ਐਸੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੋਠ ਰਾਗ ਦੇ ਵਿੱਚ ਆਪਾਂ ਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਚਿਤ ਪਾਰ ਬ੍ਰਹਮ ਚਿਤ ਆਇਆ। ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਗੁਰਮੁਖਾਂ ਨੂੰ ਹਿਰਦੇ ਵਿੱਚ ਪਰਮੇਸ਼ਰ ਚੇਤੇ ਆਇਆ ਹੈ। ਜ਼ੁਬਾਨ ਦੇ ਨਾਲ ਤੇ ਅਸੀਂ ਕਦੇ ਕਦੇ ਜਪ ਲੈਂਦੇ, ਪਰ ਜ਼ੁਬਾਨ ਦੇ ਨਾਲ ਵੀ ਜਪਦੇ ਹਾਂ, ਸਾਡਾ ਧਿਆਨ ਉਹਦੇ ਵਿੱਚ ਨਹੀਂ ਹੁੰਦਾ, ਸਾਡਾ ਮਨ ਕਿਤੇ ਭਟਕਦਾ ਹੁੰਦਾ। ਅਸੀਂ ਗੁਰਬਾਣੀ ਭਾਵੇਂ ਪੜ੍ਹਦੇ ਪਏ, ਕੁਝ ਗੁਰਸਿੱਖ ਇਹੋ ਜਿਹੇ ਜਿਹੜੇ ਜ਼ੁਬਾਨ ਨਾਲ ਵੀ ਨਹੀਂ ਪੜ੍ਹਦੇ, ਕੇਵਲ ਨੇਤਰਾਂ ਦੇ ਨਾਲ ਦਰਸ਼ਨ ਕਰਕੇ ਹੀ ਅੱਗੇ ਲੰਘ ਜਾਂਦੇ। ਗੁਰਬਾਣੀ ਨੂੰ ਚਿੱਥ ਕੇ ਵਿਚਾਰ ਕੇ ਪੜ੍ਹਨ ਦਾ ਆਨੰਦ ਵੱਖਰਾ ਹੈ। ਨੇਤਰਾਂ ਦੇ ਨਾਲ ਨੇਤਰ ਨਿਗਾਹ ਫੇਰ ਲਈ ਉੱਪਰ ਉੱਪਰ ਤੇ ਅੱਗੇ ਨਿਕਲ ਗਏ। ਬਹੁਤ ਸੰਗਤ ਅੱਜ ਇਸੇ ਤਰ੍ਹਾਂ ਹੀ ਪਾਠ ਕਰਦੀ ਹੈ ਕਿ ਛੇਤੀ ਦੇ ਨਾਲ ਜ਼ੁਬਾਨ ਦੇ ਨਾਲ ਬੋਲਾਂਗੇ ਟਾਈਮ ਲੱਗੇਗਾ, ਅੱਖਾਂ ਦੀ ਨਿਗਾਹ ਦੇ ਨਾਲ ਵੇਖ ਲਵਾਂਗੇ ਤੇ ਛੇਤੀ ਹੋ ਜਾਏਗਾ, ਪਰ ਆਨੰਦ ਨਹੀਂ ਪ੍ਰਾਪਤ ਹੁੰਦਾ, ਸ਼ਾਂਤੀ ਨਹੀਂ ਪ੍ਰਾਪਤ ਹੁੰਦੀ, ਰਸ ਨਹੀਂ ਪ੍ਰਾਪਤ ਹੁੰਦਾ ਜਿੰਨਾ ਚਿਰ ਉਸ ਮਰਿਆਦਾ ਮੁਤਾਬਕ ਨਹੀਂ ਕੀਤਾ ਜਾਂਦਾ। ਵਿਦਵਾਨ ਜਨ ਕਹਿੰਦੇ, ਕਹਿਣ ਲੱਗੇ ਧਰਤੀ ਦੇ ਉੱਪਰ ਬੜਾ ਸੋਹਣਾ ਫੁੱਲਾਂ ਦਾ ਬਗੀਚਾ ਖਿੜਿਆ ਹੋਇਆ, ਬੜੇ ਸੋਹਣੇ ਫੁੱਲ ਧਰਤੀ ਤੇ ਲੱਗੇ ਹੋਏ, ਬੜੀ ਹਰਿਆਵਲ ਤੇ ਬੜੀ ਸੁਗੰਧੀ ਹੈ, ਪਰ ਉਹਨਾਂ ਫੁੱਲਾਂ ਦੀ ਜੇ ਖੁਸ਼ਬੂ ਲੈਣੀ ਹੈ, ਮਹਿਕ ਲੈਣੀ ਹੈ, ਤੇ ਤੁਹਾਨੂੰ ਉਸ ਫੁੱਲਾਂ ਦੇ ਅੰਦਰ ਜਾਣਾ ਪਵੇਗਾ, ਬਗੀਚੇ ਦੇ ਵਿੱਚ ਜਾਣਾ ਪਵੇਗਾ, ਫਿਰ ਫੁੱਲ ਦੀ ਸੁਗੰਧੀ ਆਵੇਗੀ। ਪਰ ਜੇ ਕੋਈ ਬੰਦਾ ਇਹ ਗੱਲ ਸੋਚੇ ਕਿ ਮੈਂ ਹੈਲੀਕਾਪਟਰ ਤੇ ਚੜ੍ਹ ਕੇ ਆਕਾਸ਼ ਦੇ ਵਿੱਚ ਗੇੜਾ ਲਾਵਾਂ, ਅਸਮਾਨ ਦੇ ਵਿੱਚ ਗੇੜਾ ਲਾਵਾਂ, ਜਹਾਜ਼ ਤੇ ਚੜ੍ਹ ਕੇ, ਤੇ ਮੈਨੂੰ ਫੁੱਲਾਂ ਦੀ ਮਹਿਕ ਧਰਤੀ ਵਾਲੀ ਸਿੱਧੀ ਉੱਥੇ ਆਕਾਸ਼ ਵਿੱਚ ਆ ਕੇ ਪ੍ਰਾਪਤ ਹੋਵੇ, ਗਗਨ ਵਿੱਚ ਆ ਕੇ ਮਿਲੇ, ਪਰ ਨਹੀਂ ਹੋਵੇਗਾ। ਇਸ ਤਰ੍ਹਾਂ ਨਹੀਂ ਹੋਵੇਗਾ। ਤੂੰ ਬਾਹਰ ਉੱਡਿਆ ਫਿਰਦਾ, ਜਿੰਨਾ ਚਿਰ ਬਗੀਚੇ ਦੇ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਆਨੰਦ ਪ੍ਰਾਪਤ ਕੋਈ ਨਹੀਂ ਹੋਣਾ, ਸੁਗੰਧੀ ਨਹੀਂ ਆਉਣੀ ਹੈ। ਇਸੇ ਤਰ੍ਹਾਂ ਗੁਰਮੁਖਾ ਗੁਰੂ ਕੀ ਬਾਣੀ ਜਿਹੜੀ ਹੈ ਇਹ ਵੀ ਮਹਿਕ ਦਿੰਦੀ ਹੈ ਭਗਤੀ ਦੀ, ਇਹ ਬਖਸ਼ਿਸ਼ ਕਰਦੀ ਹੈ, ਪਰ ਜਿੰਨਾ ਚਿਰ ਤੂੰ ਅੱਖਾਂ ਦੇ ਨਾਲ ਉੱਪਰ ਉੱਪਰ ਉੱਡਿਆ ਫਿਰਦਾ, ਗੁਰਬਾਣੀ ਦੇ ਸ਼ਬਦ ਨੂੰ ਬੋਲ ਕੇ ਨਹੀਂ ਨਾ ਪੜ੍ਹਦਾ, ਕੇਵਲ ਨਿਗਾਹ ਮਾਰ ਕੇ ਅੱਖਾਂ ਦੀ ਦ੍ਰਿਸ਼ਟੀ ਦੇ ਨਾਲ ਹੀ ਅੱਗੇ ਨਿਕਲ ਗਿਆ, ਉਹਨਾਂ ਚਿਰ ਆਨੰਦ ਪ੍ਰਾਪਤ ਨਹੀਂ ਹੋਣਾ ਹੈ। ਆਨੰਦ ਪ੍ਰਾਪਤ ਕਰਨ ਵਾਸਤੇ ਇਹ ਜ਼ੁਬਾਨ ਨੂੰ ਮਧਾਣੀ ਬਣਾਉਣਾ ਪਵੇਗਾ ਤੇ ਜ਼ੁਬਾਨ ਦੇ ਨਾਲ ਸ਼ਬਦਾਂ ਨੂੰ ਜਪਣਾ ਪਵੇਗਾ, ਪੜ੍ਹਨਾ ਪਵੇਗਾ। ਫਿਰ ਇਹ ਜਿਹੜੀ ਜ਼ੁਬਾਨ ਹੈ ਗੁਰਮੁਖੋ, ਇਹ ਨਾਮ ਦੇ ਰਸ ਨੂੰ ਅੰਦਰ ਹਿਰਦੇ ਵਿੱਚ ਪਹੁੰਚਾ ਦੇਵੇਗੀ, ਫਿਰ ਹਿਰਦੇ ਨੂੰ ਪਿਆਸ ਤੇ ਸਵਾਦ ਲੱਗ ਜਾਵੇਗਾ। ਇਸ ਤਰ੍ਹਾਂ ਫਿਰ ਉਹ ਗੁਰਮੁਖ ਅੰਦਰੋਂ ਮਨ ਕਰਕੇ ਜਪਣ ਲੱਗ ਪੈਂਦੇ। ਪਰ ਵਿਧੀ ਪਹਿਲਾਂ ਸਾਰਿਆਂ ਤੋਂ ਜ਼ੁਬਾਨ ਨਾਲ ਜਪਣ ਦੀ ਹੈ, ਪਹਿਲਾਂ ਜ਼ੁਬਾਨ ਦੇ ਨਾਲ ਜਪਣਾ ਪਵੇਗਾ। ਮਹਾਨ ਗੁਰਸਿੱਖਾਂ ਦਾ ਇਤਿਹਾਸ ਪੜ੍ਹ ਲਈਏ। ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਪਹਿਲਾ ਨਾਮ ਹੈ ਭਾਈ ਲਹਿਣਾ ਜੀ, ਤੇ ਗੁਰਮੁਖੋ ਭਾਈ ਲਹਿਣਾ ਜੀਆਂ ਨੇ ਜਿਹੜੇ ਬਚਨ ਨੇ ਨਾ ਗੁਰਬਾਣੀ ਦੇ ਪਹਿਲੀ ਵਾਰੀ, ਉਹ ਭਾਈ ਜੋਧ ਜੀਆਂ ਦੇ ਕੋਲੋਂ ਸੁਣੇ। ਭਾਈ ਜੋਧ ਜੀ ਖਡੂਰ ਸਾਹਿਬ ਦੀ ਧਰਤੀ ਦੇ ਰਹਿਣ ਵਾਲੇ ਸਿੱਖ, ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ, ਨਿਤਨੇਮ ਕਰਦੇ। ਜਦੋਂ ਭਾਈ ਲਹਿਣਾ ਸਾਹਿਬ ਜੀ ਕੋਲੋਂ ਲੰਘਣ ਲੱਗੇ, ਕੰਨਾਂ ਵਿੱਚ ਆਵਾਜ਼ ਪੈ, ਬੜਾ ਹੀ ਆਨੰਦ ਆਇਆ। ਪਿਛਲੇ ਪਾਸੇ ਕੋਲ ਬੈਠ ਕੇ ਗੁਰਬਾਣੀ ਸੁਣਦੇ ਰਹੇ, ਤੇ ਜਦੋਂ ਭਾਈ ਜੋਧ ਜੀਆਂ ਨੇ ਪੂਰਾ ਨਿਤਨੇਮ ਆਪਣਾ ਸਮਾਂ ਜਿੰਨਾ ਲਾਉਣਾ ਲਾਇਆ, ਉਸ ਵੇਲੇ ਹੱਥ ਜੋੜ ਕੇ ਪੁੱਛਿਆ, ਕਹਿਣ ਲੱਗੇ ਭਾਈ ਪਿਆਰਿਆ, ਇਹ ਬੜੇ ਆਨੰਦ ਵਾਲੇ ਬਚਨ ਆਪ ਜੀਆਂ ਨੇ ਪੜ੍ਹੇ ਤੇ ਸੁਣਾਏ, ਇਹ ਐਸੇ ਬਚਨ ਕਿਰਪਾ ਵਾਲੇ ਕਿਹਨਾਂ ਦੇ ਨੇ? ਬੜਾ ਆਨੰਦ ਆਇਆ ਸੁਣ ਕੇ। ਭਾਈ ਜੋਧ ਜੀ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਬਾਣੀ ਮੈਂ ਪੜ੍ਹੀ ਹੈ। ਇਹ ਭਾਈ ਲਹਿਣਾ ਸਾਹਿਬ ਜੀ ਉਸੇ ਵੇਲੇ ਬਚਨ
ਉਸੇ ਵੇਲੇ ਸੰਕਲਪ ਬਣਾ ਲਿਆ ਕਿ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਹੀ ਕਰਨੇ ਹਨ। ਗੁਰਮੁਖੋ ਇਹ ਦਾਤਾਂ ਤਾਂ ਪ੍ਰਾਪਤ ਹੋਈਆਂ, ਗੁਰੂ ਕਾ ਸਿੱਖ ਬੋਲ ਕੇ ਗੁਰਬਾਣੀ ਪੜ੍ਹਦਾ ਪਿਆ, ਨਿਤਨੇਮ ਕਰਦਾ ਪਿਆ। ਸੋ ਇਹ ਵਿਧੀ ਵਿਧਾਨ ਹੈ ਗੁਰੂ ਘਰ ਦਾ ਮੁੱਢ ਤੋਂ ਸ਼ੁਰੂ ਤੋਂ ਹੀ ਕਿ ਗੁਰਬਾਣੀ ਦਾ ਪਾਠ ਬੋਲ ਕੇ ਆਪਣੇ ਆਪ ਨੂੰ ਸੁਣਾ ਕੇ ਆਰਾਮ ਦੇ ਨਾਲ ਕਰ। ਗੁਰਬਾਣੀ ਨੂੰ ਕਾਹਲੀ ਦੇ ਨਾਲ, ਜਲਦੀ ਦੇ ਨਾਲ ਨਾ ਪੜ੍ਹ, ਆਨੰਦ ਨਹੀਂ ਆਵੇਗਾ। ਅਸੀਂ ਦੁਨੀਆ ਦੀ ਭੱਜ ਦੌੜ ਵਿੱਚ ਭੱਜੇ ਫਿਰਦੇ 24 ਘੰਟੇ ਇੱਧਰ ਉੱਧਰ ਨੂੰ ਹਲਵੇਰੇ ਦੌੜਦੇ ਹਾਂ। ਸਾਡਾ ਸੁਭਾਅ ਬਣ ਗਿਆ ਭੱਜਣ ਵਾਲਾ, ਦੌੜਨ ਵਾਲਾ। ਜਦੋਂ ਨਿਤਨੇਮ ਕਰਦੇ ਹਾਂ ਉੱਥੇ ਵੀ ਅਸੀਂ ਭੱਜਾ ਭਜਾਈ ਕਰਦੇ, ਦੌੜ ਲਾਉਂਦੇ, ਛੇਤੀ ਨਾਲ ਮੁਕਾਉਣ ਦਾ ਯਤਨ ਕਰਦੇ। ਪਰ ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਇਹ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ। ਇਸ ਰੱਬ ਦੇ ਨਾਮ ਦਾ ਇਹ ਜਿਹੜਾ ਨਾਮ ਜਪਣਾ ਨਾ ਗੁਰਮੁਖੋ, ਇਹ ਰੇੜਕਾ ਜਿਹੜਾ ਨਾ ਹੌਲੀ ਹੌਲੀ ਪਾ, ਹੌਲੀ ਹੌਲੀ ਜਪ, ਸਵਾਦ ਲੈ ਲੈ ਕੇ, ਆਨੰਦ ਲੈ ਲੈ ਕੇ, ਤਾਂ ਫਿਰ ਤੈਨੂੰ ਸਵਾਦ ਤੇ ਆਨੰਦ ਦੇ ਵਿੱਚੋਂ ਪ੍ਰਾਪਤ ਹੋਵੇਗਾ। ਸੋ ਭਾਈ ਜੋ ਜੀਆਂ ਦੇ ਇਹ ਬਚਨ ਸੁਣ ਕੇ ਭਾਈ ਲਹਿਣਾ ਸਾਹਿਬ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੋਲ ਆਏ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਪੁੱਤਰੀ ਨਾਮ ਹੈ ਬੀਬੀ ਅਮਰੋ ਜੀ। ਸਤਿਗੁਰਾਂ ਦੀਆਂ 2 ਬੇਟੀਆਂ ਤੇ 2 ਬੇਟੇ ਨੇ। ਉਸ ਵੇਲੇ ਬੀਬੀ ਅਮਰੋ ਜੀਆਂ ਦਾ ਜਦੋਂ ਵਿਆਹ ਹੋਇਆ, ਆਪਣੇ ਸਹੁਰੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਬੀਬੀ ਨਿਤਨੇਮ ਕਰਦੀ ਹੈ, ਕਿਉਂਕਿ ਪੇਕਿਆਂ ਦੇ ਘਰ ਰਹਿੰਦਿਆਂ ਹੋਇਆਂ ਸੰਸਕਾਰ ਮਿਲੇ ਨਾ। ਸਾਡੇ ਬੱਚੇ ਨੇ ਛੋਟੇ ਘਰ ਦੇ ਵਿੱਚ, ਇਹਨਾਂ ਨੂੰ ਅੰਮ੍ਰਿਤ ਵੇਲੇ ਉਠਾਉਣ ਦਾ ਅਸੀਂ ਯਤਨ ਹੀ ਨਹੀਂ ਕਰਦੇ। ਆ ਛੁੱਟੀ ਦਾ ਦਿਨ ਹੈ, ਸੁੱਤੇ ਰਹਿਣ ਦਿਓ 10 ਵਜੇ ਤੱਕ। ਜੇ ਤੇ ਸਕੂਲ ਦੀ ਪੜ੍ਹਾਈ ਹੈ ਤੇ ਉਠਾ ਲਵਾਂਗੇ, ਸਕੂਲੇ ਭੇਜਣਾ ਹੈ। ਪਰ ਜੇ ਛੁੱਟੀ ਹੈ ਤੇ ਫਿਰ ਕੋਈ ਲੋੜ ਨਹੀਂ ਹੈ। ਸੰਸਕਾਰ ਨਹੀਂ ਨਾ ਦਿੱਤੇ ਨਿਤਨੇਮ ਦੇ ਕਿ ਪੁੱਤਰਾ ਅੰਮ੍ਰਿਤ ਵੇਲੇ ਨਿਤਨੇਮ ਜ਼ਰੂਰ ਕਰਨਾ, ਇਸ਼ਨਾਨ ਕਰਕੇ ਨਿਤਨੇਮ ਕਰ। ਉਸ ਤੋਂ ਬਾਅਦ ਵਿੱਚ ਭਾਵੇਂ ਸੌਂ ਜਾ ਜੇ ਨੀਂਦ ਆਉਂਦੀ ਹੈ, ਪਰ ਅੰਮ੍ਰਿਤ ਵੇਲੇ ਨੂੰ ਜ਼ਰੂਰ ਸਾਂਭਣਾ ਹੈ। ਇਹ ਬਚਨ ਅਸੀਂ ਆਪਣੇ ਬੱਚਿਆਂ ਦੀ ਝੋਲੀ ਨਹੀਂ ਪਾ ਰਹੇ, ਨਾ ਪਾਉਣ ਦਾ ਯਤਨ ਕਰਦੇ ਹਾਂ, ਅਤੇ ਬੱਚਿਆਂ ਨੂੰ ਸੰਸਾਰ ਦੇ ਗੰਦੇ ਮੰਦੇ ਗੀਤਾਂ ਵੱਲ, ਨਾਟਕਾਂ ਵੱਲ ਇੱਧਰ ਨੂੰ ਧੱਕਦੇ ਜਾ ਰਹੇ। ਇਹ ਸਾਨੂੰ ਬਚਨ ਕਮਾਉਣਾ ਪਵੇਗਾ। ਆਪਣੇ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਜਦੋਂ ਨਿਤਨੇਮ ਕਰਦੇ ਹੋ, ਆਪਣੀ ਝੋਲੀ ਵਿੱਚ ਬਿਠਾ ਕੇ ਉਸ ਨੂੰ ਪਤਾ ਲੱਗੇ ਵੀ ਨਿਤਨੇਮ ਕਿਵੇਂ ਕਰਨਾ। ਜਦੋਂ ਥੋੜੀ ਥੋੜੀ ਉਹ ਸੋਝੀ ਰੱਖਦਾ, ਉਦੋਂ ਉਸ ਨੂੰ ਨਿਤਨੇਮ ਦੇ ਨਾਲ ਜੋੜੋ, ਗੁਰਬਾਣੀ ਨਾਲ ਜੋੜੋ। ਬੱਚਾ ਸਾਰੀ ਉਮਰ ਕਦੇ ਭਟਕੇਗਾ ਨਹੀਂ, ਕਦੇ ਮਾੜੇ ਪਾਸੇ ਨਹੀਂ ਜਾਏਗਾ। ਪਰ ਜਦੋਂ ਅਸੀਂ ਢਿੱਲਾ ਪਹਿਰਾ ਵਰਤ ਲੈਂਦੇ, ਬੱਚੇ ਬਾਣੀ ਗੁਰਬਾਣੀ ਤੋਂ ਦੂਰ ਹੋ ਜਾਂਦੇ। ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਮਹਾਰਾਜ ਦੀ ਪੁੱਤਰੀ ਨੇ। ਘਰ ਦੇ ਵਿੱਚੋਂ ਇਹ ਸੰਸਕਾਰ ਮਿਲੇ ਕਿ ਬੱਚਿਆ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਜ਼ਰੂਰ ਕਰਨਾ, ਨਿਤਨੇਮ ਬੋਲ ਕੇ ਕਰਨਾ, ਆਪਣੇ ਆਪ ਨੂੰ ਸੁਣਾ ਕੇ ਕਰਨਾ, ਭੈ ਭਾਵਨੀ ਦੇ ਨਾਲ ਕਰਨਾ ਹੈ। ਬੀਬੀ ਅਮਰੋ ਜੀ ਵਿਆਹੇ ਗਏ ਅਤੇ ਸਹੁਰੇ ਘਰ ਚਲੇ ਗਏ। ਪਰ ਬੀਬੀ ਜੀਆਂ ਨੇ ਆਪਣਾ ਜੀਵਨ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਾ, ਨਿਤਨੇਮ ਕਰਨ ਵਾਲਾ ਉਹ ਨਹੀਂ ਛੱਡਿਆ। ਇੱਕ ਦਿਨ ਅੰਮ੍ਰਿਤ ਵੇਲੇ ਉੱਠ ਕੇ ਬੀਬੀ ਜੀ ਮਧਾਣੀ ਪਾ ਕੇ ਦੁੱਧ ਰਿੜਕਦੇ ਪਏ, ਨਾਲ ਨਾਲ ਸ਼ਬਦ ਪੜ੍ਹਦੇ ਪਏ। ਜਦੋਂ ਉਹ ਸ਼ਬਦ ਪੜ੍ਹਦੇ ਉੱਚੀ ਆਵਾਜ਼ ਦੇ ਵਿੱਚ ਸੁਣਾ ਕੇ ਆਪਣੇ ਆਪ ਨੂੰ, ਹੁਣ ਅੰਮ੍ਰਿਤ ਵੇਲੇ ਦਾ ਸਮਾਂ ਗੁਰਮੁਖੋ ਬੜੀ ਸ਼ਾਂਤੀ ਹੈ, ਬੜਾ ਟਿਕਾ ਬਣਿਆ ਹੋਇਆ, ਕੋਈ ਰੌਲਾ ਰੱਪਾ ਨਹੀਂ ਹੈ, ਕੋਈ ਖੱਪ ਨਹੀਂ ਹੈ, ਕੋਈ ਸ਼ੋਰ ਸ਼ਰਾਬਾ ਨਹੀਂ ਹੈ। ਜਦੋਂ ਬੀਬੀ ਅਮਰੋ ਜੀ ਇਹ ਬਚਨ ਪੜ੍ਹਦੇ ਪਏ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਚਾਚਾ ਸਹੁਰਾ ਲੱਗਦੇ ਨੇ, ਬੀਬੀ ਅਮਰੋ ਜੀਆਂ ਦੇ ਚਾਚਾ ਸਹੁਰਾ ਲੱਗਦੇ ਗੁਰੂ ਅਮਰਦਾਸ ਪਾਤਸ਼ਾਹ ਜੀ, ਜਦੋਂ ਅੰਮ੍ਰਿਤ ਵੇਲੇ ਗੁਰਮੁਖੋ ਬਚਨ ਸੁਣੇ, ਕੰਧ ਦਾ ਓਹਲਾ ਲੈ ਕੇ ਉਸ ਵੇਲੇ ਸੁਣਦੇ ਰਹੇ, ਜਿੰਨਾ ਚਿਰ ਬੀਬੀ ਜੀ ਸ਼ਬਦ ਪੜ੍ਹਦੇ ਰਹੇ, ਗੁਰਬਾਣੀ ਪੜ੍ਹਦੇ ਰਹੇ। ਉਹਨਾਂ ਨੂੰ ਪਤਾ ਸੀ ਵੀ ਅਸੀਂ ਰਿਸ਼ਤੇਦਾਰੀ ਵਿੱਚ ਸਹੁਰਾ ਲੱਗਦੇ ਹਾਂ, ਜੇ ਅਸੀਂ ਸਾਹਮਣੇ ਹੋਵਾਂਗੇ ਬੀਬੀ ਸੰਕੋਚ ਕਰੇਗੀ, ਸੰਗ ਜਾਏਗੀ, ਚੁੱਪ ਕਰ ਜਾਏਗੀ, ਇਹ ਬਚਨ ਸਾਡੇ ਕੰਨਾਂ ਵਿੱਚ ਦੁਬਾਰਾ ਨਹੀਂ ਪੈਣੇ। ਇਸ ਗੱਲ ਨੂੰ ਜਾਣ ਕੇ ਕੰਧ ਦਾ ਓਟ ਆਸਰਾ ਲੈ ਕੇ ਥੋੜਾ ਓਹਲੇ ਖੜ ਕੇ ਤੇ ਸੁਣਦੇ ਰਹੇ ਬਚਨ। ਜਦੋਂ ਗੁਰਬਾਣੀ ਦੇ ਪਾਠ ਪੂਰੇ ਕੀਤੇ, ਸ਼ਬਦ ਪੂਰੇ ਕੀਤੇ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਜੋ ਲੇਖ ਪਏ, ਇਹ ਸ਼ਬਦ ਜਦੋਂ ਬੀਬੀ ਜੀ ਨੇ ਪੜ੍ਹਿਆ, ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਪੁੱਛਿਆ ਇਹ ਬਾਣੀ ਕਿਹਨਾਂ ਦੀ ਹੈ? ਦੱਸਿਆ ਜੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। ਇਸ ਵੇਲੇ ਮੇਰੇ ਪਿਤਾ ਜੀ ਉਹਨਾਂ ਦੀ ਥਾਂ ਤੇ ਗੱਦੀ ਤੇ ਬੈਠੇ। ਇਹ ਬਚਨ ਸੁਣਦਿਆਂ ਨਾਲ ਹੀ ਆਪਣੀ ਨੂੰਹ ਨੂੰ ਕਹਿਣ ਲੱਗੇ, ਕਹਿੰਦੇ ਫਿਰ ਪੁੱਤਰੀ ਚੱਲ ਸਾਨੂੰ ਆਪਣੇ ਪਿਤਾ ਦੇ ਕੋਲ ਲੈ ਕੇ ਚੱਲ। ਉਸੇ ਵੇਲੇ ਫਿਰ ਬੀਬੀ ਜੀਆਂ ਨੂੰ ਨਾਲ ਲੈ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਖਡੂਰ ਸਾਹਿਬ ਆ ਗਏ।
ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਆਇਆ ਵੇਖ ਕੇ ਗੁਰੂ ਅੰਗਦ ਸਾਹਿਬ ਜੀ ਉੱਠ ਬੈਠੇ ਆਪਣੇ ਆਸਣ ਤੋਂ। ਸਾਡਾ ਕੁੜਮ ਆਇਆ, ਇਸ ਦੇ ਗੱਲ ਲੱਗ ਕੇ ਮਿਲੀਏ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ, ਨਹੀਂ ਮਾਲਕ ਸਤਿਗੁਰੂ ਜੀ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਸੇਵਕ ਬਣ ਕੇ ਆਇਆ। ਅੱਜ ਮੈਂ ਗਲ ਦੇ ਨਾਲ ਨਹੀਂ, ਚਰਨਾਂ ਦੇ ਨਾਲ ਲੱਗਣੇ ਆਇਆ। ਪਾਤਸ਼ਾਹ ਕਿਰਪਾ ਕਰੋ। ਗੁਰਮੁਖੋ ਇਹ ਬਚਨ ਆਪਾਂ ਤਾਂ ਇਤਿਹਾਸ ਦੇ ਸਰਵਣ ਕੀਤੇ ਕਿ ਜਿਹੜੇ ਪਹਿਲੇ ਗੁਰਸਿੱਖ ਸਨ ਉਹ ਨਿਤਨੇਮ ਬੋਲ ਕੇ ਕਰਦੇ ਸਨ, ਬਾਣੀ ਬੋਲ ਕੇ ਪੜ੍ਹਦੇ, ਆਪਣਾ ਭਲਾ ਕਰਦੇ, ਸੁਣਨ ਵਾਲੇ ਦਾ ਵੀ ਭਲਾ ਹੁੰਦਾ। ਦੋ ਸਾਖੀਆਂ ਆਪਾਂ ਇਹ ਨਿਤਨੇਮ ਬੋਲ ਕੇ, ਨਾਮ ਜਪਣਾ ਬੋਲ ਕੇ ਕਰਨ ਦੀਆਂ ਸਰਵਣ ਕੀਤੀਆਂ। ਭਾਈ ਜੋਧ ਜੀ ਭਾਈ ਲਹਿਣਾ ਸਾਹਿਬ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਲੈ ਕੇ ਆਏ। ਬੀਬੀ ਅਮਰੋ ਜੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਕੋਲ ਲੈ ਕੇ ਆਏ। ਇਹ ਜਿਨ੍ਹਾਂ ਨੇ ਬੋਲ ਕੇ ਸੁਣਾ ਕੇ ਆਪਣੇ ਆਪ ਨੂੰ ਨਿਤਨੇਮ ਕੀਤਾ। ਇਹਨਾਂ ਕੰਨਾਂ ਦੇ ਵਿੱਚ ਆਵਾਜ਼ ਪਾਇਆ ਕਰ ਬੋਲ ਕੇ, ਤੇਰੇ ਕੰਨਾਂ ਦੇ ਵਿੱਚ ਬੈਠਾ ਪਰਮੇਸ਼ਰ ਆਪ ਉਹ ਆਵਾਜ਼ ਨੂੰ ਸੁਣਦਾ ਪਿਆ। ਕੰਨਾਂ ਦੇ ਰਾਹੀਂ ਤੇਰੇ ਅੰਦਰ ਆਵਾਜ਼ ਆਵੇਗੀ, ਤੇਰੇ ਅੰਦਰ ਬੈਠਾ ਹੋਇਆ ਸੁਣਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਤ ਪਾਰ ਬ੍ਰਹਮ ਚਿਤ ਆਇਆ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਪਰਮੇਸ਼ਰ ਚੇਤੇ ਆਇਆ ਹੈ, ਹਿਰਦੇ ਘਰ ਦੇ ਵਿੱਚ ਜਿਹੜੇ ਉਹਨੂੰ ਯਾਦ ਕਰਦੇ, ਪਰ ਹਿਰਦੇ ਘਰ ਦੇ ਵਿੱਚ ਯਾਦ ਉਹਨਾਂ ਨੂੰ ਹੀ ਆਉਂਦੀ ਹੈ ਜਿਨ੍ਹਾਂ ਨੇ ਪਹਿਲਾਂ ਜ਼ੁਬਾਨ ਦੇ ਨਾਲ ਜਪਿਆ। ਗੱਲ ਆਪਾਂ ਇੱਥੋਂ ਸ਼ੁਰੂ ਕੀਤੀ ਹੈ ਕਿ ਅੱਜ ਕੱਲ੍ਹ ਨਿਤਨੇਮ ਗੁਪਤੀ ਰੂਪ ਵਿੱਚ ਹੁੰਦਾ, ਨੇਤਰਾਂ ਦੇ ਨਾਲ ਨਿਗਾਹ ਮਾਰ ਕੇ, ਪਰ ਗੁਰਮੁਖੋ ਜ਼ੁਬਾਨ ਦੇ ਨਾਲ ਬੋਲ ਕੇ ਜਪਿਆ ਕਰੋ। ਜਿਨ੍ਹਾਂ ਨੇ ਜ਼ੁਬਾਨ ਦੇ ਨਾਲ ਬੋਲ ਕੇ ਜਪਿਆ ਉਹਨਾਂ ਦੇ ਹਿਰਦੇ ਘਰ ਵਿੱਚ ਫਿਰ ਪਰਮੇਸ਼ਰ ਕਦੇ ਭੁੱਲਦਾ ਨਹੀਂ ਹੈ, ਹਮੇਸ਼ਾ ਉਹਨਾਂ ਨੂੰ ਯਾਦ ਰਹਿੰਦਾ ਹੈ। ਜਿਤ ਪਾਰ ਬ੍ਰਹਮ ਚਿਤ ਆਇਆ, ਜਿਨ੍ਹਾਂ ਗੁਰਮੁਖਾਂ ਨੂੰ ਹਿਰਦੇ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਚੇਤੇ ਆਇਆ ਹੈ, ਸੋ ਘਰ ਦਇ ਵਸਾਇਆ। ਪਾਤਸ਼ਾਹ ਕਹਿਣ ਲੱਗੇ, ਭਾਈ ਉਹ ਜੋ ਹਿਰਦਾ ਘਰ ਹੈ ਨਾ, ਸੋ ਘਰ ਦਈ ਵਸਾਇਆ। ਉਹ ਜਿਹੜਾ ਪ੍ਰੇਰਕ ਪਰਮਾਤਮਾ ਹੈ, ਉਸਨੇ ਉਹ ਹਿਰਦਾ ਘਰ ਵਸਾ ਦਿੱਤਾ, ਸੁਭ ਗੁਣਾਂ ਦੇ ਨਾਲ ਭਰ ਦਿੱਤਾ ਹੈ। ਕਿਉਂਕਿ ਸਾਰਿਆਂ ਨੂੰ ਪ੍ਰੇਰਨ ਵਾਲਾ ਤੇ ਪਰਮਾਤਮਾ ਹੀ ਹੈ ਨਾ, ਸਾਰਿਆਂ ਨੂੰ ਪ੍ਰੇਰਦਾ ਪਿਆ ਹੈ, ਸਾਰਿਆਂ ਨੂੰ ਕਮੀ ਲਾ ਕੇ ਬੈਠਾ ਹੈ। ਉਹ ਜਿਹੜਾ ਪ੍ਰੇਰਨ ਵਾਲਾ ਸਾਰਿਆਂ ਨੂੰ ਪਰਮਾਤਮਾ, ਸੋ ਘਰ ਉਸਨੇ ਹਿਰਦੇ ਘਰ ਨੂੰ ਵਸਾਇਆ, ਕਹੀਏ ਸੁਭ ਗੁਣਾਂ ਦੇ ਨਾਲ ਭਰ ਦਿੱਤਾ ਹੈ। ਸ਼ੁਭ ਗੁਣ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਗਏ ਜਿਹੜੇ ਦਈ, ਜੋ ਪ੍ਰੇਰਕ ਪਰਮਾਤਮਾ ਹੈ, ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ ਹੈ। ਇਹ ਗੁਰਮੁਖ ਇਸ ਤਰ੍ਹਾਂ ਦੇ ਕਈ ਸ਼ਬਦ ਜਿਹੜੇ ਨੇ ਉਹ ਗੁਰਬਾਣੀ ਵਿੱਚ ਆਉਂਦੇ ਨੇ। ਦੱਦਾ ਯਈਏ ਨੂੰ ਔਂਕੜ, ਯਈਏ ਨੂੰ ਸਿਹਾਰੀ, ਯਈਏ ਨੂੰ ਬਿਹਾਰੀ, ਜਾਂ ਦੱਦਾ ਯਈਏ ਨੂੰ ਦਲਾਵਾਂ। ਇਸ ਤਰ੍ਹਾਂ ਦੇ ਕਈ ਸ਼ਬਦ ਆਉਂਦੇ ਗੁਰਬਾਣੀ ਦੇ ਵਿੱਚ, ਤੇ ਸਾਡੇ ਮੂੰਹ ਵਿੱਚੋਂ ਜੋ ਨਿਕਲਦਾ ਅਸੀਂ ਪੜ੍ਹ ਕੇ ਬੇਫਿਕਰੀ ਦੇ ਨਾਲ, ਸਾਨੂੰ ਕੀ ਹੈ, ਅਸੀਂ ਕਹਿ ਦਿਆਂਗੇ ਮੈਨੂੰ ਤੇ ਪਤਾ ਹੀ ਨਹੀਂ ਸੀ, ਬੇਫਿਕਰੀ ਦੇ ਨਾਲ ਇਸੇ ਤਰ੍ਹਾਂ ਪੜ੍ਹ ਕੇ ਅੱਗੇ ਨਿਕਲ ਜਾਂਦੇ। ਪਰ ਉਹਨਾਂ ਸ਼ਬਦਾਂ ਨੂੰ ਸੁਧਾਰਨ ਦਾ ਯਤਨ ਨਹੀਂ ਕਰਦੇ ਵੀ ਇਹਦਾ ਉਚਾਰਨ ਕੀ ਹੈ, ਉਚਾਰਨ ਦੇ ਨਾਲ ਇਹਦਾ ਅਰਥ ਕੀ ਬਣੇਗਾ। ਸਾਨੂੰ ਬੜਾ ਲੰਮਾ ਸਮਾਂ ਹੋ ਗਿਆ, ਕਈ ਸਹਿਜ ਪਾਠ ਕਰ ਲੈ, ਕਈ ਗੁਰਬਾਣੀ ਦੇ ਪਾਠ ਸੁਣ ਲੈ, ਪੜ੍ਹ ਲੈ, ਪਰ ਆਪਣੇ ਅੱਖਰਾਂ ਨੂੰ ਜਿਹੜਾ ਹੈ ਉਹ ਬਦਲਣ ਦਾ ਯਤਨ ਨਹੀਂ ਕੀਤਾ ਵੀ ਇਹਦਾ ਭਾਵ ਕੀ ਬਣਦਾ ਹੈ। ਸਤਿਗੁਰਾਂ ਨੇ ਇੱਥੇ ਦੱਦਾ ਯਈਏ ਨੂੰ ਸਿਹਾਰੀ ਲਿਖਿਆ ਹੈ, ਇਹਦਾ ਭਾਵ ਹੈ ਦਈ, ਜਿਹੜਾ ਸਾਰਿਆਂ ਨੂੰ ਪ੍ਰੇਰਨਾ ਦੇਣ ਵਾਲਾ, ਜਿਹੜਾ ਸਾਰਿਆਂ ਦਾ ਪ੍ਰੇਰਕ ਪਰਮਾਤਮਾ ਹੈ। ਉਸ ਪਰਮਾਤਮਾ ਨੇ ਹਿਰਦੇ ਘਰ ਨੂੰ ਸ਼ੁਭ ਗੁਣਾਂ ਦੇ ਨਾਲ ਕਹੀਏ ਭਰ ਦਿੱਤਾ, ਐਸੀ ਉਹ ਬਖਸ਼ਿਸ਼ ਕਰਦਾ ਹੈ। ਸੁਖ ਸਾਗਰ ਗੁਰ ਪਾਇਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ। ਗੁਰੂ ਪਾਤਸ਼ਾਹ ਭਾਈ ਸੁੱਖਾਂ ਦੇ ਸਾਗਰ ਨੇ। ਸਾਗਰ ਕਹੀਏ ਸਮੁੰਦਰ, ਗੁਰੂ ਸੁੱਖਾਂ ਦਾ ਹੀ ਸਮੁੰਦਰ ਹੈ। ਸਤਿਗੁਰੂ ਪਾਤਸ਼ਾਹ ਜਦੋਂ ਸੁੱਖ ਦੇ ਪਟਾਰੇ ਖੋਲ੍ਹਦੇ ਨਾ, ਸੁੱਖ ਦੇ ਖਜ਼ਾਨੇ ਖੋਲ੍ਹਦੇ, ਤੇ ਫਿਰ ਸੁਖ ਹੀ ਸੁਖਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਦੁੱਖ ਨਾਹੀ ਅਬ ਸੁਖ ਹੀ ਹੈ ਰੇ। ਉਹ ਗੁਰਮੁਖ ਫਿਰ ਇਹ ਬੇਨਤੀ ਕਰਦੇ, ਹੁਣ ਤੇ ਦੁੱਖ ਰਹਿ ਹੀ ਕੋਈ ਨਹੀਂ ਗਿਆ, ਸੁਖ ਹੀ ਸੋ ਗੁਰੂ ਦੇ ਕੋਲੋਂ ਪ੍ਰਾਪਤ ਹੋਏ। ਸੋ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬੇਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਬਦ ਧਰੋ ਪਿਆਰੋ। ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਗੁਰਮੁਖਾਂ ਨੂੰ ਇਹ ਆਨੰਦ ਹੀ ਆਨੰਦ ਗੁਰੂ ਦੇ ਕੋਲੋਂ ਪ੍ਰਾਪਤ ਹੋਇਆ। ਉਹਨਾਂ ਦੇ ਹਿਰਦੇ ਘਰ ਸ਼ੁਭ ਗੁਣਾਂ ਦੇ ਨਾਲ ਭਰ ਗਏ। ਸੁਖਾਂ ਹੀ ਸੁਖਾਂ ਦੀ ਉਹਨਾਂ ਨੂੰ ਦਾਤ ਪ੍ਰਮਾਤਮਾ ਵੱਲੋਂ ਮਿਲ ਗਈ। ਸੁਖ ਸਾਗਰ ਗੁਰ ਪਾਇਆ। ਗੁਰੂ ਹਮੇਸ਼ਾ ਸੁਖ ਦਿੰਦਾ ਹੈ,
ਕਈ ਵਾਰੀ ਸਾਡੇ ਮਨ ਵਿੱਚ ਇਹ ਆ ਜਾਂਦਾ ਹੈ, ਮੈਂ 5 ਅਰਦਾਸਾਂ ਕੀਤੀਆਂ, ਮੈਂ 10 ਅਰਦਾਸਾਂ ਕੀਤੀਆਂ, ਮੈਂ ਇੰਨੀਆਂ ਅਰਦਾਸਾਂ ਕੀਤੀਆਂ, ਫਲਾਣਾ ਪਦਾਰਥ ਤੇ ਮੈਨੂੰ ਮਿਲਿਆ ਹੀ ਨਹੀਂ ਹੈ, ਉਹਦੇ ਨਾਲ ਮੈਨੂੰ ਬੜਾ ਸੁੱਖ ਮਿਲਣਾ ਸੀ, ਨਹੀਂ ਮਿਲਿਆ, ਮੈਂ ਗੁਰੂ ਨਾਲ ਨਾਰਾਜ਼ ਹੋ ਜਾਵਾਂਗਾ, ਮੈਂ ਗੁਰੂ ਨੂੰ ਮੰਨਾਂਗਾ ਨਹੀਂ। ਕਈਆਂ ਦੇ ਮੁਖੋਂ ਇਹ ਬਚਨ ਸੁਣਨ ਵਾਸਤੇ ਮਿਲਦਾ ਹੈ, ਸਾਡਾ ਫਲਾਣਾ ਮੈਂਬਰ ਬਿਮਾਰ ਹੋ ਗਿਆ, ਮੈਂ ਬੜੀਆਂ ਅਰਦਾਸਾਂ ਕੀਤੀਆਂ, ਉਹ ਤੇ ਠੀਕ ਹੋਇਆ ਹੀ ਨਹੀਂ, ਮੈਂ ਨਾਰਾਜ਼ ਹੋ ਜਾਵਾਂਗਾ। ਮੈਂ ਫਲਾਣੀ ਦਾਤ ਮੰਗੀ ਹੈ, ਮੰਗੀ ਤੇ ਬੜੀ ਵਾਰਾਂ ਪਰ ਮੈਨੂੰ ਮਿਲੀ ਨਹੀਂ ਹੈ, ਮੈਂ ਹੁਣ ਗੁਰੂ ਦੇ ਨਾਲ ਨਾਰਾਜ਼ ਹਾਂ, ਮੈਂ ਨਹੀਂ ਮੰਨਦਾ ਗੁਰੂ ਨੂੰ, ਇਹ ਕਿਸੇ ਹੋਰ ਦਾ ਹੋਵੇਗਾ, ਮੇਰਾ ਨਹੀਂ ਹੈ। ਇਹੋ ਜੀ ਦੁਸ਼ਟ ਬਿਰਤੀ ਦੇ ਨਾਲ ਕਈ ਇਹੋ ਜਿਹੇ ਬਚਨ ਜਿਹੜੇ ਲੋਕ ਨੇ ਉਹ ਕਰ ਦਿੰਦੇ। ਮਹਾਰਾਜ ਕਹਿਣ ਲੱਗੇ ਤੇਰੇ ਮਨ ਵਿੱਚ ਭਰਮ ਪੈਦਾ ਹੋ ਗਿਆ, ਸੁਖ ਸਾਗਰ ਗੁਰ, ਗੁਰੂ ਤੇ ਭਾਈ ਹੈ ਹੀ ਸੁੱਖਾਂ ਦਾ ਸਾਗਰ। ਗੁਰੂ ਉਹ ਦਾਤ ਦਿੰਦਾ ਜਿਹਦੇ ਨਾਲ ਤੈਨੂੰ ਸੁੱਖ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ। ਜਿਸ ਪਦਾਰਥ ਨਾਲ ਦੁੱਖ ਮਿਲਣਾ ਹੈ ਉਹ ਗੁਰੂ ਕਦੇ ਵੀ ਨਹੀਂ ਦਿੰਦਾ ਹੈ। ਮਾਂ ਆਪਣੇ ਪੁੱਤਰ ਨੂੰ, ਹੁਣ ਪੁੱਤਰ ਵਿਹੜੇ ਵਿੱਚ ਖੇਡਦਾ ਪਿਆ ਨਾ ਤੇ ਸੱਪ ਬੜਾ ਚਮਕੀਲਾ ਵੇਖਣ ਨੂੰ ਲੱਗਦਾ, ਬੜਾ ਚਮਕਦਾ, ਬੜਾ ਭੱਜਦਾ ਧਰਤੀ ਦੇ ਉੱਪਰ। ਬੱਚਾ ਜਿੱਦ ਕਰਦਾ ਕਿ ਮੈਂ ਸੱਪ ਨੂੰ ਹੱਥ ਵਿੱਚ ਫੜ ਲਵਾਂ, ਇਹਦੇ ਨਾਲ ਖੇਡਾਂ, ਪਰ ਮਾਂ ਨੂੰ ਪਤਾ ਹੈ ਵੀ ਇਹ ਸੱਪ ਡੰਗ ਮਾਰੇਗਾ, ਇਹ ਦੁੱਖਦਾਈ ਹੋ ਸਕਦਾ ਹੈ। ਮਾਂ ਉਸ ਬੱਚੇ ਨੂੰ ਸੱਪ ਨੂੰ ਫੜਨ ਨਹੀਂ ਦਿੰਦੀ ਹੈ, ਉਹਨੂੰ ਖੇਡਣ ਨਹੀਂ ਦਿੰਦੀ ਸੱਪ ਦੇ ਨਾਲ। ਕਾਰਨ ਇਹ ਹੈ ਵੀ ਮਾਂ ਨੂੰ ਗਿਆਨ ਹੈ ਇਹ ਇਸ ਨੂੰ ਦੁੱਖ ਦੇਵੇਗਾ, ਪਰ ਬੱਚੇ ਨੂੰ ਹਾਲੇ ਸਮਝ ਨਹੀਂ ਹੈ। ਬੱਚਾ ਰੋਂਦਾ ਵੀ ਹੈ, ਜਿੱਦ ਵੀ ਕਰਦਾ ਹੈ, ਤੰਗ ਵੀ ਕਰਦਾ, ਰੋਕਿਆ ਕਿਉਂ ਹੈ? ਗੁਰਮੁਖਾ ਇਸੇ ਤਰ੍ਹਾਂ ਗੁਰੂ ਨਾ ਮਾਤਾ ਪਿਤਾ ਨੇ ਸਾਡੇ, ਉਹਨਾਂ ਨੂੰ ਪਤਾ ਹੈ ਜਿਹੜਾ ਇਹ ਪਦਾਰਥ ਮੰਗਦਾ ਪਿਆ ਨਾ, ਇਹ ਪਦਾਰਥ ਆਉਣ ਵਾਲੇ ਸਮੇਂ ਵਿੱਚ ਦੁੱਖ ਰੂਪ ਹੋ ਸਕਦਾ ਹੈ, ਪਰ ਇਸ ਨੂੰ ਪਤਾ ਨਹੀਂ ਹੈ। ਅਸੀਂ ਉਹ ਪਦਾਰਥ ਇਸ ਨੂੰ ਬਖਸ਼ਿਸ਼ ਕਰਾਂਗੇ ਜਿਸ ਦੇ ਨਾਲ ਇਸ ਨੂੰ ਆਉਣ ਵਾਲੇ ਸਮੇਂ ਵਿੱਚ ਸੁੱਖ ਪ੍ਰਾਪਤ ਹੋਵੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਉਹ ਦਾਤ ਦਿੰਦੇ ਜਿਸ ਦਾਤ ਦੇ ਨਾਲ ਸਾਡਾ ਭਲਾ ਹੋ ਜਾਵੇ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਇਹ ਗੁਰਬਾਣੀ ਦਾ ਮਹਾਵਾਕ ਹੈ। ਸਤਿਗੁਰੂ ਜੀ ਆਪ ਤੇ ਸਾਡਾ ਭਲਾ ਕਰਨਾ ਲੋਚਦੇ ਹੋ, ਚਾਹੁੰਦੇ ਹੋ, ਪਰ ਅਸੀਂ ਉਸ ਭਲੇ ਨੂੰ ਸਮਝ ਨਹੀਂ ਪਾ ਰਹੇ। ਅਸੀਂ ਸੋਚਦੇ ਹਾਂ ਵੀ ਸ਼ਾਇਦ ਸਾਡਾ ਨੁਕਸਾਨ ਕਰ ਦਿੱਤਾ ਹੈ, ਐਸੀ ਬਿਰਤੀ ਸਾਡੇ ਮਨ ਵਿੱਚ ਆ ਜਾਂਦੀ ਹੈ। ਅਸੀਂ ਫਿਰ ਤੁਹਾਡਾ ਮਨ ਕਰਕੇ ਵਿਰੋਧ ਕਰਨ ਲੱਗ ਪੈਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਸੁਖ ਸਾਗਰ ਗੁਰ, ਗੁਰੂ ਤੇ ਭਾਈ ਸੁੱਖਾਂ ਦਾ ਸਮੁੰਦਰ ਹੈ, ਸੁਖ ਹੀ ਮਿਲਦੇ, ਔਰ ਪਦਾਰਥ ਗੁਰੂ ਉਹ ਦਿੰਦਾ ਹੈ ਜਿਹਦੇ ਨਾਲ ਤੈਨੂੰ ਸੁਖ ਪ੍ਰਾਪਤ ਹੋਵੇ। ਐਸਾ ਗੁਰੂ ਮੈਂ ਪ੍ਰਾਪਤ ਕੀਤਾ ਹੈ। ਤਾਂ ਸਹਿਸਾ ਸਗਲ ਮਿਟਾਇਆ, ਸਤਿਗੁਰਾਂ ਨੇ ਸਾਰੇ ਸੰਸ਼य ਹੀ ਖਤਮ ਕਰ ਦਿੱਤੇ। ਇਹ ਸੰਸਾ ਜਿਹੜਾ ਭਰਮ ਹੈ ਨਾ, ਸ਼ੰਕਾ, ਇਹ ਸ਼ੰਕਾ ਜਿਸ ਨੂੰ ਸ਼ੱਕ ਕਹਿ ਦਿੰਦੇ ਆ, ਇਹ ਸਾਰੇ ਸ਼ੱਕ ਭਰਮ ਸੰਸ਼य ਗੁਰੂ ਨੇ ਖਤਮ ਹੀ ਕਰ ਦਿੱਤੇ, ਮੁਕਾ ਹੀ ਦਿੱਤੇ। ਇਹ ਗੁਰੂ ਵਿੱਚ ਇੰਨੀ ਸਮਰੱਥਾ ਹੈ। ਨਹੀਂ ਤੇ ਭਾਈ ਇਹ ਭਰਮੇ ਸੁਰ ਨਾਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਵੱਡੇ ਵੱਡੇ ਦੇਵਤੇ ਭਰਮ ਦੇ ਵਿੱਚ ਪੈ ਕੇ ਦੁਖੀ ਹੋਏ ਫਿਰਦੇ। ਪਰ ਗੁਰੂ ਇਹੋ ਜਿਹਾ ਹੈ ਜਿਸ ਨੇ ਸਾਰੇ ਭਰਮ ਹੀ ਖਤਮ ਕਰ ਦਿੱਤੇ, ਸੰਸ਼य ਹੀ ਮਿਟਾ ਦਿੱਤੇ, ਸ਼ੱਕ ਭਰਮ ਰਹਿਣ ਕੋਈ ਨਹੀਂ ਦਿੱਤਾ ਹੈ। ਤਾਂ ਸਹਿਸਾ ਸਗਲ ਮਿਟਾਇਆ। ਇਹ ਸਾਰੇ ਸਹਿਸੇ ਨੂੰ, ਸ਼ੱਕ ਨੂੰ, ਭਰਮ ਨੂੰ ਗੁਰੂ ਪਾਤਸ਼ਾਹ ਖਤਮ ਕਰਨ ਵਾਲੇ ਹਨ। ਹਰ ਕੇ ਨਾਮ ਕੀ ਵਡਿਆਈ। ਭਾਈ ਨਾਮ ਦੀ ਜਿਹੜੀ ਵਡਿਆਈ ਹੈ ਨਾ ਬੜੀ ਵੱਡੀ ਹੈ। ਸਾਨੂੰ ਪਤਾ ਹੀ ਨਹੀਂ ਹੈ ਵੀ ਨਾਮ ਦੀ ਵਡਿਆਈ ਕੀ ਹੈ। ਅਸੀਂ ਤੇ ਨਾਮ ਨੂੰ ਇੱਕ ਬੜਾ ਛੋਟਾ ਸਮਝੀ ਬੈਠੇ, ਨਾਮ ਜਪ ਕੇ ਨਿੱਕੇ ਨਿੱਕੇ ਪਦਾਰਥ ਮੰਗਦੇ ਪਏ। ਦੁਨੀਆ ਦੇ तमाम ਪਦਾਰਥਾਂ ਦੇ ਨਾਲ ਮੁਕਤੀ ਨਹੀਂ ਮਿਲਦੀ ਹੈ। ਇੱਕ ਪਾਸੇ ਦੁਨੀਆ ਦੇ ਸਾਰੇ ਪਦਾਰਥ ਤੇਰੇ ਕੋਲ ਹੋਣ, ਸਾਰੇ ਦੇ ਸਾਰੇ ਦਾਨ ਕਰ ਦੇ, ਪਰ ਸਾਰਾ ਕੁਝ ਦਾਨ ਕਰਨ ਦੇ ਨਾਲ ਮੁਕਤੀ ਨਹੀਂ ਮਿਲੇਗੀ। ਅਸ ਦਾਨ, ਗੱਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ, ਰਾਮ ਨਾਮ ਸਰ ਤਉ ਨ ਪੂਜੈ। ਭਗਤ ਜੀ ਕਹਿਣ ਲੱਗੇ ਘੋੜਾ ਲਿਆ ਕੇ ਮਹਿੰਗਾ ਦਾਨ ਕਰ ਦੇ। ਅਸ ਦਾਨ, ਗੱਜ ਦਾਨ, ਗੱਜ ਹਾਥੀ ਲਿਆ ਕੇ ਦਾਨ ਕਰ। ਸੇਜਾ ਨਾਰੀ ਭੂਮ ਦਾਨ, ਆਪਣੀ ਸੇਜਾ, ਆਪਣਾ ਪਲੰਘਾ, ਬੈਡਰੂਮ ਵੀ ਸਾਰਾ ਦਾਨ ਕਰ ਦੇ ਕਿਸੇ ਨੂੰ। ਨਾਰੀ ਇਸਤਰੀ ਦਾਨ ਕਰਦੇ, ਭੂਮ ਧਰਤੀ ਦਾਨ ਕਰਦੇ। ਅਸ ਦਾਨ, ਗੱਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ। ਇਹ ਨਹੀਂ ਵੀ ਇੱਕ ਦਿਨ ਦਾਨ ਕਰ ਲਿਆ ਤੇ ਚਲੋ ਹੁਣ ਮੈਂ ਬਸ ਫਰੀ ਹੋ ਗਿਆ, ਫਾਰਗ ਹੋ ਗਿਆ, ਨਹੀਂ। ਇਸ ਤਰ੍ਹਾਂ ਦੇ ਦਾਨ ਮਹਾਰਾਜ ਕਹਿੰਦੇ ਰੋਜ਼ ਕਰ ਲਿਆ ਕਰ।
रोज घोड़ा दान कर, रोज हाथी दान कर, रोज अपना बैडरूम दान कर दिया कर, कमरे के समेत ही बैड दान किया, रोज ही माया ते खेतियां जमीनां दान करया कर, ऐसो दान नित नित है कीजै, रोज दी रोज दान कर। पर पातशाह कहन लगे राम नाम सर तऊ ना पूजै, रब दे नाम का मुकाबला फिर भी नहीं होना। रोज घोड़ा लिया के दान करना सौखा है, रोज हाथी लिया के दान करना सौखा है, रोज अपना घर दान करना सौखा है, रोज जमीन जायदाद पुत्र धियां दान करने सौखे है बड़े औखे। पर पातशाह कहंदे ये सारा कुछ करन दे नाल मुक्ति फिर भी नहीं मिली है, मुक्त नहीं हो सकिया। दुनिया का इतिहास पढ़ के देख लवो, किसी भी इतिहास में ये वचन नहीं मिलेगा कि ये चीज़ां दान कीतियां मुक्ति मिली है। कुछ समय वास्ते सुख मिलेगा, फिर उसी तरह संसार में दुखों में आना पवेगा। दुनिया के सारे पदार्थ दान कीतियां मुक्ति नहीं मिलती, पर एक नाम इहो जिहा गुरमुखो इत्थे कुछ दान करने की लोड़ नहीं है। नाम जपेगा दुनिया के सारे पदार्थ मिल जाएंगे। वेखो सारे पदार्थों नाल मुक्ति नहीं मिली है, पर नाम जपण दे नाल पदार्थ सारे मिल जाते, और इस नाम दे नाल गुरमुखों मुक्ति भी मिल जाती है। नाम ऐसा वड्डा है, मुक्ति भी ये नाल मिल गई। नाम तुल काछ अवर ना होए, दुनिया का कोई पदार्थ नाम दे बराबर हो ही नहीं सकता, ऐसी नाम की वड्डी महिमा है। सतगुरु पातशाह कहन लगे हर के नाम की वड्याई, गुरमुखों परमेश्वर के नाम की वड्याई बड़ी वड्डी है, वो कह के दसी नहीं जा सकती। कोई दस ही नहीं सकता भी नाम की महिमा किड्डी वड्डी है। बहुत वड्डा ये नाम जिहड़ा वाहिगुरू मंत्र है, ये सतगुरां ने साडी झोली बख्शिया है। आठ पहर गुण गाई, हुण असीं अठे पैर जदों पता लग गया ना नाम की महिमा का, सानू नाम की कीमत का नहीं ना पता। असीं इत्थे कमाई करते हैं, सानू पता भी साडा जिहड़ा ये कमाई का साधन है रुपइयां विच सानू मिलना, अते इन्ना साडा विचों खर्चा होना, इन्नी सानू बचत होनी है। पर वही व्यक्ति जे किते विदेश चला जाए, उत्थे पता भी मेरी जिहड़ी कमाई है, मेरी मेहनत का फल मैनू डॉलरां दे विच मिलना है। वो डॉलर इन्ने जाके अगे वध जाणगे, जिहड़ा बंदा इत्थे 4 घंटे काम करदा ना 5 घंटे काम भी असीं नहीं करते। कोई भी जिहड़ा व्यक्ति काम करने वाला है, कोई विरला ही है जिहड़ा अपनी नौकरी पूरा समा ईमानदारी नाल करदा है। नहीं तो चाह पी ला, पानी पी ला, इधर चले जा उधर चले जा, बहानेबाजियां, सारे दिन विचों घंटा 2 घंटे काम किया ते बाकी सारा दिन एवें इधर उधर होके समा पास किया। सो जे वही व्यक्ति किते बाहर चला जाए, विदेश चला जाए, वो बंदा 18 घंटे काम करता पाया, 20 घंटे काम करता पाया। पता है इत्थे मेरी कमाई डॉलरां दे विच है, ये बड़े वध जाणगे अते इहदे नाल मैनूं सारियां सहूलतां मिल जाणगीਆਂ। बाहर जाके उसनूं माया दी जिहड़ी है उहदा पता लग गया भी माया जिहड़ी वो किस तरह कमाउणी और माया का लाभ की है और किन्ने गुणा वध जानी, वो तां मेहनत ज़्यादा करता पिया है। इस तरह गुरमुखो ये नाम की महिमा का सानू पता ही नहीं है भी नाम है कि असी तां थोड़ा थोड़ा जपदे, कदे पाठ कर लिया, कदे सौ गए, कदे इधर उधर दीयां गल्लां, क्योंकि सानू नाम की महिमा का नहीं ना पता। तो जदों सानू नाम की महिमा का पता लग गया ना, जिमें कोई व्यक्ति विदेश गया, उन्होंने पता लग गया भी ये मेरे इन्ने घंटिया की इन्नी कमाई हुई माया मेरे देश में इन्ने गुणे जाके वध जाएगी। जदों सानू भी इस गल का पता लग गया ना कि ये नाम की महिमा बड़ी वड्डी है, तो फिर असी भी उस नाम जपण नूं पिछे नहीं हटांगे। फिर असी भी 18 घंटे बैठे समाधियां दे विच चौंकड़ियां दे विच नाम जपी जावांगे। पर जदों सानू ये गल का पता लग गया भी नाम की महिमा की है, हाले सानू नाम की महिमा का नहीं पता। सतगुरु पातशाह कहते 8 पहर गुण गाई, 8 पैर 24 घंटे, 24 घंटे तुसी दुनिया का काम नहीं कोई भी कर सकते। एक दिन करोगे, जे कर भी लिया रात दिन एक ला के, तो अगले दिन बंदा थक जाता, मंजे तो नहीं उठिया जाता। जां कुछ लोग फिर नशे की वरतों कर लग पेंदे, ज़्यादा काम किया थक गया हो नशा कर लईए। दुनिया का कोई भी काम 24 घंटे नहीं किया जा सकता, शरीर आराम मंगता है। पर एक नाम इहो जी दात है, गुरमुखा 24 घंटे जप सकता है। सुत्या भी जपिया जाएगा, उठिया भी जपिया
ਜਪਿਆ ਜਾਏਗਾ, ਕੰਮ ਕਰਦਿਆਂ ਵੀ ਜਪਿਆ ਜਾਏਗਾ। ਇਸੇ ਤਰ੍ਹਾਂ ਜਦੋਂ ਮਰਜ਼ੀ ਉਹ ਨਾਮ ਤੇਰੇ ਕੋਲੋਂ ਜਪਿਆ ਜਾ ਸਕਦਾ ਹੈ, ਪਰ ਉਹਦੇ ਵਾਸਤੇ ਤੈਨੂੰ ਆਪਣਾ ਜੀਵਨ ਇੱਕ ਵਾਰੀ ਉਸ ਤਰ੍ਹਾਂ ਦਾ ਬਣਾਉਣਾ ਪਵੇਗਾ ਜਿਵੇਂ ਗੱਡੀ ਨੂੰ ਧੱਕਾ ਲਾ ਕੇ ਸਟਾਰਟ ਕਰੀਏ, ਮੁੜ ਕੇ ਸੜਕ ਤੇ ਉਹ ਆਪੇ ਦੌੜੀ ਜਾਂਦੀ ਹੈ। ਇਸੇ ਤਰ੍ਹਾਂ ਇਹ ਨਾਮ ਜਿਹੜਾ ਨਾ ਤੇਰੇ ਅੰਦਰ ਪ੍ਰਾਰੰਭ ਹੋਣਾ, ਉਹਦੇ ਵਾਸਤੇ ਤੈਨੂੰ ਮਿਹਨਤ ਕਰਨੀ ਪੈਣੀ ਹੈ। ਪਰ ਜਦੋਂ ਇਹ ਨਾਮ ਦੌੜਨ ਲੱਗ ਪਿਆ ਨਾ ਤੇਰੇ ਅੰਦਰ, ਫਿਰ ਤੇ ਭਾਈ ਸੁੱਤਿਆਂ ਵੀ, ਜਾਗਦਿਆਂ ਵੀ, ਬੈਠਿਆਂ ਵੀ, ਕੰਮ ਕਰਦਿਆਂ ਫਿਰ ਇਹ ਭੁੱਲੇਗਾ ਹੀ ਨਹੀਂ, ਫਿਰ ਤੇ 24 ਘੰਟੇ ਜਪਿਆ ਜਾਏਗਾ। ਇਹ ਐਸੀ ਅਵਸਥਾ ਬਣ ਜਾਏਗੀ। ਮਹਾਰਾਜ ਕਹਿਣ ਲੱਗੇ 8 ਪਹਿਰ ਗੁਣ ਗਾਈ, ਗੁਰਮੁਖ 8 ਪਹਿਰ ਉਹਦੇ ਗੁਣਾਂ ਨੂੰ ਗਾਉਂਦੇ ਹਨ, 24 ਘੰਟੇ ਉਹਦੇ ਨਾਮ ਨੂੰ ਜਪਦੇ ਹਨ। ਗੁਰਪੂਰੇ ਤੇ ਪਾਈ। ਪਰ ਇਹ ਜਿਹੜੀ ਸੋਝੀ ਗਿਆਨ ਹੈ ਨਾ, ਇਹ ਪੂਰਿਆਂ ਗੁਰਾਂ ਦੇ ਕੋਲੋਂ ਮਿਲਦਾ ਹੈ। ਇਹ ਪੂਰਿਆਂ ਗੁਰਾਂ ਨੇ ਦੱਸਿਆ ਵੀ ਨਾਮ ਦੀ ਮਹਿਮਾ ਕੀ ਹੈ। ਸਾਨੂੰ ਤੇ ਨਾਮ ਦੀ ਵਡਿਆਈ ਦਾ ਪਤਾ ਹੀ ਨਹੀਂ ਹੈ, ਨਾਮ ਕੀ ਫਲ ਦੇਵੇਗਾ। ਅਸੀਂ ਤੇ ਇੱਕ ਆਮ ਮਾਮੂਲੀ ਜੀ ਵਸਤੂ ਸਮਝ ਲਿਆ ਨਾਮ ਨੂੰ, ਜਿਹਦੇ ਕੋਲ ਮਰਜ਼ੀ ਗਏ ਉਹਦੇ ਅੱਗੇ ਜਾ ਕੇ ਕੰਨ ਕਰ ਦਿੱਤਾ, ਲੈ ਮੇਰੇ ਕੰਨ ਵਿੱਚ ਫੂਕ ਮਾਰ ਦੇ ਕਿ ਕਿਹੜਾ ਨਾਮ ਜਪਾਂ, ਕਿਉਂਕਿ ਨਾਮ ਦੀ ਮਹਿਮਾ ਦਾ ਨਹੀਂ ਪਤਾ। ਜਦੋਂ ਗੁਰੂ ਕੋਲੋਂ ਵਡਿਆਈ ਦਾ ਪਤਾ ਲੱਗਿਆ, ਗੁਰ ਪੂਰੇ ਤੇ ਪਾਈ, ਇਹ ਮਤ ਸਮਤ ਪੂਰਿਆਂ ਗੁਰਾਂ ਦੇ ਕੋਲੋਂ ਪ੍ਰਾਪਤ ਕੀਤੀ ਹੈ। ਨਾਮ ਦੀ ਮਹਿਮਾ ਦੀ ਫਿਰ ਜਾਣਕਾਰੀ ਹੋਈ ਹੈ। ਰਹਾਉ ਪ੍ਰਭ ਕੀ ਅਕਥ ਕਹਾਣੀ। ਪਰਮੇਸ਼ਰ ਦੀ ਕਹਾਣੀ ਜਿਹੜੀ ਅਕਥ ਹੈ, ਪਰਮੇਸ਼ਰ ਦਾ ਵਰਣਨ ਕਰਨਾ ਅਕਥ ਹੈ, ਕਥਨ ਵਿੱਚ ਨਹੀਂ ਆਉਂਦਾ। ਨਾ ਪਰਮੇਸ਼ਰ ਨੂੰ ਵੇਖਿਆ ਅੰਤ ਪਵੇ, ਨਾ ਉਹਨੂੰ ਸੁਣਿਆ ਅੰਤ ਪਵੇ, ਨਾ ਉਹਨੂੰ ਜਪਿਆ ਅੰਤ ਪਵੇ, ਮਾਲਾ ਫੇਰਿਆ ਅੰਤ ਕੋਈ ਨਹੀਂ, ਸ਼ਬਦਾਂ ਨੂੰ ਲਿਖਿਆ ਅੰਤ ਕੋਈ ਨਹੀਂ। ਪ੍ਰਭ ਕੀ ਅਕਥ ਕਹਾਣੀ, ਅਕਾਲ ਪੁਰਖ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਅਕਥ ਨੇ ਭਾਈ, ਕਈਆਂ ਨਹੀਂ ਜਾ ਸਕਦੀਆਂ ਹਨ। ਜਨ ਬੋਲ ਹੈ ਅੰਮ੍ਰਿਤ ਬਾਣੀ। ਜਿਹੜੇ ਜਨ ਗੁਰਮੁਖ ਨੇ, ਭਗਤ ਨੇ, ਸਿੱਖ ਨੇ, ਗੁਰੂ ਕੇ ਭਾਵਨਾ ਵਾਲੇ, ਭਾਵਨੀ ਵਾਲੇ, ਸ਼ਰਧਾ ਵਾਲੇ, ਉਹ ਜਿਹੜੇ ਗੁਰਮੁਖ ਨੇ ਅੰਮ੍ਰਿਤ ਬਾਣੀ ਨੂੰ ਬੋਲਦੇ ਰਹਿੰਦੇ। ਇਹ ਅੰਮ੍ਰਿਤ ਬਾਣੀ ਹੈ ਨਾ ਸਤਿਗੁਰਾਂ ਦੀ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਐਸੀ ਸੱਚੀ ਤੇ ਮਿੱਠੀ ਬਾਣੀ ਨੂੰ ਗੁਰਮੁਖ ਹਰ ਵੇਲੇ ਜਪਦੇ ਹਨ। ਨਾਨਕ ਦਾਸ ਵਖਾਣੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਮੈਂ ਤੇ ਦਾਸ ਹਾਂ ਪਰਮੇਸ਼ਰ ਦਾ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। 10ਵੇਂ ਪਾਤਸ਼ਾਹ ਨੇ ਵੀ ਲਿਖਿਆ। ਮਹਾਰਾਜ ਕਹਿੰਦੇ ਭਾਈ ਅਸੀਂ ਤੇ ਦਾਸ ਹਾਂ ਪਰਮੇਸ਼ਰ ਦੇ, ਅਸੀਂ ਉਸ ਦੀ ਮਹਿਮਾ ਨੂੰ ਇੱਥੇ ਕਥਨ ਕੀਤਾ ਹੈ। ਗੁਰਪੂਰੇ ਤੇ ਜਾਣੀ। ਪੂਰਿਆਂ ਗੁਰਾਂ ਤੋਂ, ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਤੋਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਤੋਂ ਇਸ ਗੱਲ ਦੀ ਸੋਝੀ ਨੂੰ ਜਾਣਿਆ, ਗਿਆਤ ਨੂੰ ਪਾਇਆ ਕਿ ਨਾਮ ਦੀ ਮਹਿਮਾ ਕੀ ਹੈ। ਗੁਰਪੂਰੇ ਤੇ ਜਾਣੀ, ਇਹ ਪੂਰਿਆਂ ਗੁਰਾਂ ਦੇ ਕੋਲੋਂ ਨਾਮ ਦੀ ਵਡਿਆਈ ਦਾ ਸਾਨੂੰ ਪਤਾ ਲੱਗਾ, ਤਾਂ ਅਸੀਂ ਉਸ ਨੂੰ ਜਪ ਕੇ ਸਫਲੇ ਹੋਏ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਜੋ ਸੱਜਣਾ ਸਿੱਚੜੀਆਂ, ਜੋ ਹੋਗਾ ਸਾਹਿਬ ਸੋ ਮੇਲੋ। ਪ੍ਰਭ ਕੀ ਅਕਥ ਕਹਾਣੀ, ਜਨ ਬੋਲ ਹੈ ਅੰਮ੍ਰਿਤ ਬਾਣੀ। ਨਾਨਕ ਦਾਸ ਵਖਾਣੀ, ਗੁਰਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।